कोट सूर जाकै परगासा। हे भगत कबीर जी, ओह प्रभु व्यापक स्वरूप दे विच कैसा है। ਤਾਂ ਕਬੀਰ ਸਾਹਿਬ ਜੀ ਫਰਮਾਉਂਦੇ ਨੇ ਕਿ हे ਭਾਈ, ਕਰੋੜਾਂ ਹੀ ਸੂਰਜ ਜਿਸ ਪਰਮਾਤਮਾ ਦੇ ਪਾਸ ਪ੍ਰਕਾਸ਼ ਕਰ ਰਹੇ ਹਨ ਜਾਂ ਚਾਨਣਾ ਕਰਨ ਵਾਸਤੇ ਰੱਖੇ ਹੋਏ ਹਨ। ਕੋਟ ਮਹਾਦੇਵ ਅਰ ਕਬਲਾਸਾ। ਕਰੋੜਾਂ ਹੀ शिव जी ਅਤੇ कैलाश पर्वत जिस प्रभु दे बनाए हुए ਹਨ। दुर्गा कोट जाकै मर्दन करੈ। ਕਰੋੜਾਂ ਹੀ ਦੇਵੀਆਂ ਜਿਸ ਪਰਮਾਤਮਾ ਦੇ ਚਰਨਾਂ ਨੂੰ ਮਲਣਾ ਕਰਦੀਆਂ, ਝਸਣਾ ਕਰਦੀਆਂ ਹਨ ਜਾਂ ਦੈਤਾਂ ਨੂੰ ਮਲਣ ਮਾਰਨ ਵਾਲੀਆਂ ਹਨ। ब्रह्मा कोट वेद उचरै। ਕਰੋੜਾਂ ਹੀ ਬ੍ਰਹਮੇ ਉਸ ਪ੍ਰਭੂ ਦੇ ਦਰ ਉੱਪਰ ਵੇਦਾਂ ਨੂੰ ਉਚਾਰਨ ਕਰ ਰਹੇ ਹਨ। ਜਉ ਜਚਉ ਤੋ ਕੇਵਲ ਆਮਾ। ਇਹ ਭਾਈ, ਜਦੋਂ ਵੀ ਮੈਂ ਕੁਝ ਮੰਗਦਾ ਹਾਂ ਤਦੋਂ ਕੇਵਲ ਸਿਰਫ ਤੇ ਸਿਰਫ ਰਾਮ ਪਰਮਾਤਮਾ ਦੇ ਦਰਸ਼ਨ, ਵਾਹਿਗੁਰੂ ਜੀ ਦਾ ਨਾਮ ਹੀ ਮੰਗਦਾ ਹਾਂ। ਆਨ ਦੇਵ ਸਿਉ ਨਾਹੀ ਕਾਮ। ਹੋਰ ਦੇਵ ਦੀ ਆਦਿਕ ਦੇ ਨਾਲ ਮੇਰਾ ਕੋਈ ਵੀ ਕੰਮ ਨਹੀਂ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਕੋਟ ਚੰਦਰ ਮੇ ਗ੍ਰਹ ਚਰਾਕਾ। ਕਰੋੜਾਂ ਹੀ ਚੰਦਰਮੇ ਜਿਸ ਦੇ ਦਰ ਉੱਪਰ ਚਿਰਾਗ ਪ੍ਰਕਾਸ਼ ਕਰ ਰਹੇ ਹਨ ਜਾਂ ਚਿਰਾਗ ਦੀਵਾ ਜਗਾਉਣ ਵਾਲੇ ਹਨ ਜਾਂ ਕਰੋੜਾਂ ਹੀ ਚੰਦਰਮਾ ਵਰਗੇ ਰਾਤ ਦੇ ਦੀਵੇ ਪ੍ਰਕਾਸ਼ ਕਰ ਰਹੇ ਹਨ। ਸੌਰ 3300 ਜਿਹਵਾ ਪਾਕਾ। 33 ਕਰੋੜ ਦੇਵਤੇ ਪਰਮਾਤਮਾ ਦੀ ਰਸੋਈ ਵਿੱਚ ਭੋਜਨ ਛਕਦੇ ਛਕਾਉਂਦੇ ਹਨ। ਨਾਵ ਗ੍ਰਹਿ ਕੋਟ ਠੱਡੇ ਦਰਬਾਰ। ਕਰੋੜਾਂ ਹੀ 9 ਗ੍ਰਹਿ ਸੂਰਜ, ਚੰਦਰਮਾ, ਮੰਗਲ, ਬੁੱਧ, ਬ੍ਰਹਿਸਪਤ, ਸ਼ੁਕਰ, ਸ਼ਨਿਚਰ, ਰਾਹੂ ਤੇ ਕੇਤੂ, ਇਹਨਾਂ ਵਰਗੇ ਕਰੋੜਾਂ ਹੀ 9 ਗ੍ਰਹਿ ਜਿਸ ਪ੍ਰਭੂ ਦੇ ਦਰਬਾਰ ਅੱਗੇ ਠਾਡੇ ਖੜੇ ਹਨ। ਧਰਮ ਕੋਟ ਜਾਕੈ ਪ੍ਰਤਹਾਰ। ਕਰੋੜਾਂ ਹੀ ਧਰਮ ਰਾਜੇ ਜਿਸ ਪ੍ਰਭੂ ਦੇ ਦਵਾਰਪਾਲ ਦਫ਼ਤਰੀਏ ਹਨ। ਪਵਨ ਕੋਟ ਚੌਬਾਰੇ ਫਿਰਨਾ। ਕਰੋੜਾਂ ਹੀ ਪ੍ਰਕਾਰ ਦੀ ਹਵਾ ਜਿਸ ਪ੍ਰਭੂ ਦੇ ਚੌਬਾਰੇ ਚਾਰੇ ਤਰਫ ਫਿਰ ਰਹੀ ਹੈ। ਪਾਸਕ ਕੋਟ ਸੇਜ ਬਿਸਥਰ ਹੈ। ਕਰੋੜਾਂ ਹੀ ਸ਼ੇਸ਼ਨਾਗ ਸੇਜਾ ਦਾ ਵਿਸਤਾਰ ਵਿਛਾਈ ਕਰਨ ਵਾਲੇ ਹਨ। ਸਮੁੰਦ ਕੋਟ ਜਾਕੇ ਪਾਨੀ ਹਾਰ। ਕਰੋੜਾਂ ਹੀ ਸਮੁੰਦਰ ਜਿਸ ਪ੍ਰਭੂ ਦੇ ਪਾਣੀ ਭਰਨ ਵਾਲੇ ਰੱਖੇ ਹੋਏ ਹਨ। ਰੋਮਾਵਲ ਕੋਟ 18 ਭਾਰ। 18 ਭਾਰ ਰੂਪ ਕਰੋੜਾਂ ਹੀ ਬਨਸਪਤੀ ਜਿਸ ਪ੍ਰਭੂ ਦੀ ਰੋਮਾਵਲੀ ਹੈ। ਕੋਟ ਕਮੇਰ ਪਰਹਿ ਪਾਂਡਾਰ। ਅਤੇ ਕਰੋੜਾਂ ਹੀ ਕੁਬੇਰ ਭੰਡਾਰੀ ਜਿਸ ਪ੍ਰਭੂ ਦੇ ਖਜ਼ਾਨੇ ਪਾ ਰਹੇ ਹਨ। ਕੋਟ ਕਲਖਮੀ ਕਰੈ ਸੀਗਾਰ। ਅਤੇ ਕਰੋੜਾਂ ਹੀ ਲక్ష్ਮੀਆਂ ਜਿਸ ਦੇ ਦਰ ਉੱਪਰ ਸ਼ਿੰਗਾਰ ਕਰ ਰਹੀਆਂ ਹਨ। ਕੋਟ
ਕੋਟਿਕ ਪਾਪ ਪੁੰਨ ਬਹੁ ਹਿਰਹਿ ਕਰੋੜਾਂ ਹੀ ਪਾਪ ਪੁੰਨ ਉਸ ਪ੍ਰਭੂ ਵੱਲ ਬਹੁਤ ਗਹੁ ਨਾਲ ਤੱਕ ਰਹੇ ਹਨ ਕਿ ਸਾਨੂੰ ਆਗਿਆ ਹੋਵੇ ਅਤੇ ਕਿਸੇ ਅਗਿਆਨੀ ਨੂੰ ਅਸੀਂ ਚੰਬੜ ਜਾਈਏ। ਜਾਂ ਕਰੋੜਾਂ ਹੀ ਗਿਆਨਮਨ ਪੁਰਖ ਬਹੁਤ ਸਾਰੇ ਪਾਪ ਪੁੰਨ ਦੂਰ ਕਰਕੇ ਆਪਣੇ ਸਰੂਪ ਨੂੰ ਤੱਕ ਰਹੇ ਹਨ। ਇੰਦਰ ਕੋਟ ਜਾ ਕੇ ਸੇਵਾ ਕਰਹਿ ਕਰੋੜਾਂ ਹੀ ਅੰਦਰ ਜਿਸ ਪ੍ਰਭੂ ਦੇ ਦਰ ਉੱਪਰ ਸੇਵਾ ਟਹਿਲ ਕਰ ਰਹੇ ਹਨ। ਛਪਨ ਕੋਟ ਜਾ ਕੈ ਪ੍ਰਤਹਾਰ 56 ਕਰੋੜ ਯਾਦਵ ਜਿਸ ਪ੍ਰਭੂ ਦੇ ਚੋਬਦਾਰ ਨੌਕਰ ਰੱਖੇ ਹੋਏ ਹਨ ਅਤੇ 96 ਕਰੋੜ ਮੇਘਮਾਲਾ ਪਾਣੀ ਹਾਰੀ ਹੈ। ਇਹ ਮੇਘਮਾਲਾ ਰੂਪ ਦਾਸੀਆਂ ਵਰਖਾ ਕਰਨ ਲਈ ਰੱਖੀਆਂ ਹੋਈਆਂ ਹਨ ਜਾਂ ਟੋਭੇ ਆਦਿ ਤਲਾਵਾਂ ਨੂੰ ਭਰਨ ਵਾਲੀਆਂ ਰੱਖੀਆਂ ਹੋਈਆਂ ਹਨ। ਨਗਰੀ ਨਗਰੀ ਖਿਆਤ ਅਪਾਰ ਹਰੇਕ ਸਰੀਰ ਰੂਪ ਨਗਰੀ ਨਗਰੀ ਵਿੱਚ ਉਹ ਪਾਰਾਵਾਰ ਤੋਂ ਰਹਿਤ ਪ੍ਰਭੂ ਪ੍ਰਗਟ ਪ੍ਰਸਿੱਧ ਹੈ। ਜਾਂ ਨਗਰੀ ਨਗਰੀ ਭਾਵ ਹਰੇਕ ਦੇਹ ਵਿੱਚ ਉਸ ਦੀ ਕੀਰਤ ਸੇਜਾ ਹੈ। ਲੱਟ ਛੋਟੀ ਵਰਤੈ ਵਿਕਰਾਲ ਕੇਸਾਂ ਨੂੰ ਖੋਲ ਕੇ ਕਰੋੜਾਂ ਕਾਲੀਆਂ ਜਾਂ ਕੁਲਸ਼ਮੀਆਂ ਭਿਆਨਕ ਰੂਪ ਧਾਰ ਕੇ ਵਰਤ ਰਹੀਆਂ ਹਨ। ਜਾਂ ਮਹਾਂਕਾਲ ਲਟਾਂ ਖੋਲ ਕੇ ਭਿਆਨਕ ਰੂਪ ਧਾਰ ਕੇ ਉਸ ਦੇ ਦਰ 'ਤੇ ਖੜਾ ਹੈ। ਇਹ ਲక్ష్ਮੀ ਦੀ ਭੈਣ ਮੰਨੀ ਜਾਂਦੀ ਹੈ ਜੋ ਸਮੁੰਦਰ ਵਿੱਚੋਂ ਨਿਕਲੀ ਹੈ ਕੁਲਸ਼ਮੀ, ਤੇ ਇਹਦੀ ਗਿਣਤੀ ਉਪ ਰਤਨਾਂ ਵਿੱਚ ਹੈ। ਕੋਟ ਕਲਾ ਖਿਲੈ ਗੋਪਾਲ ਕਰੋੜਾਂ ਹੀ ਸ਼ਕਤੀਆਂ ਦੁਆਰਾ ਉਹ ਪ੍ਰਥਵੀ ਦਾ ਪਾਲਕ ਪਰਮਾਤਮਾ ਖੇਡ ਰਿਹਾ ਕੌਤਕ ਕਰ ਰਿਹਾ ਹੈ। ਕੋਟ ਜਗ ਜਾਕੈ ਦਰਬਾਰ ਕਰੋੜਾਂ ਹੀ ਜਾਗਾ ਦੇ ਰੂਪਾਂ ਨੂੰ ਧਾਰਨ ਵਾਲੇ ਵਿਸ਼ਨੂੰ ਜਿਸ ਪ੍ਰਭੂ ਦੇ ਦਰਬਾਰ ਵਿੱਚ ਖੜੇ ਨੇ। ਜਾਂ ਕਰੋੜਾਂ ਹੀ ਯਕਸ਼ ਜਿਸ ਦੇ ਦਰਬਾਰ ਵਿੱਚ ਖੜੇ ਹਨ। ਗੰਧਰਵ ਕੋਟ ਕਰਹਿ ਜੈਕਾਰ ਆਹਾ ਆਦਿਕ ਕਰੋੜਾਂ ਹੀ ਦੇਵਤਿਆਂ ਦੇ ਗਵਈਏ ਜਿਸ ਪਰਮਾਤਮਾ ਦੀ ਜੈ ਜੈਕਾਰ ਕਰ ਰਹੇ ਹਨ। ਵਿਦਿਆ ਕੋਟ ਸਭੈ ਗੁਣ ਗਾਹੈ ਸਾਰੇ ਗੁਣਾਂ ਨੂੰ ਕਥਨ ਕਰਨ ਵਾਲੀਆਂ ਕਰੋੜਾਂ ਹੀ ਵਿਦਿਆ ਨੇ ਜਾਂ ਕਰੋੜਾਂ ਹੀ ਵਿਦਿਆ ਦੇਵੀਆਂ ਨੇ ਜੋ ਸਮੂਹ ਗੁਣਾਂ ਨੂੰ ਕਥਨ ਕਰਦੀਆਂ ਹਨ। ਤਉ ਪਾਰ ਬ੍ਰਹਮ ਕਾ ਅੰਤ ਨਾ ਲਹੈ ਤਾਂ ਵੀ ਉਸ ਪਰਮਾਤਮਾ ਦਾ ਅੰਤ ਅਖੀਰ ਪ੍ਰਾਪਤ ਨਹੀਂ ਕਰ ਸਕਦੀਆਂ। ਪਾਵਨ ਕੋਟ ਜਾਕੈ ਰਮਾਵਲੀ ਹੀ ਬਾਮਣ ਅਵਤਾਰ ਜਿਸ ਪਰਮਾਤਮਾ ਦੇ ਰੂਮਾਂ ਵਿੱਚ ਨੇ ਜਾਂ ਪ੍ਰਸ਼ਾਦਾ ਛਕਣ ਤੋਂ ਬਾਅਦ ਹੱਥ ਸਾਫ਼ ਕਰਨ ਲਈ ਰੁਮਾਲ ਦੇਣ ਵਾਲੇ ਕਰੋੜਾਂ ਹੀ ਬਾਮਣੇ ਅਵਤਾਰ ਰੱਖੇ ਹੋਏ ਹਨ। ਜਾਂ ਜਿਸ ਰਾਮਚੰਦਰ ਜੀ ਦੇ ਨਾਲ 52 ਕਰੋੜ ਰਿਸ਼ਾਂ ਅਤੇ ਬਾਂਦਰਾਂ ਦੀ ਸੈਨਾ ਸੀ, ਜਿਨ੍ਹਾਂ ਤੋਂ ਮਹਾਰਾਜ ਕਹਿੰਦੇ ਨੇ ਰਾਵਣ ਸੈਨਾ ਜਹ ਦੇਸ਼ਲੀ ਰਾਵਣ ਦੀ ਬੇਅੰਤ ਫੌਜ ਰਾਮਚੰਦਰ ਜੀ ਨੇ ਛਲ ਲਈ ਸੀ। ਉਹ ਰਾਮਚੰਦਰ ਵੀ ਕਰੋੜਾਂ ਹੀ ਹਨ। ਪਾਵਨ ਕੋਟ ਜਾਕੈ ਰਮਾਵਲੀ ਇਸੇ ਤਰ੍ਹਾਂ ਉਸ ਦੀ ਰੋਮਾਵਲੀ ਵਿੱਚ ਕਰੋੜਾਂ ਹੀ ਬਾਵਨ ਅਵਤਾਰ ਹਨ। ਰਾਵਣ ਸੈਨਾ ਜਹ ਦੇਸ਼ਲੀ ਜਿਸ ਨੇ ਰਾਵਣ ਦੀ ਤਰ੍ਹਾਂ ਬਲਰਾਜੇ ਸਮੇਤ ਸਾਰੀ ਸੈਨਾ ਨੂੰ ਛਲ ਲਿਆ ਸੀ। ਇਸੇ ਪ੍ਰਕਾਰ ਪਾਵਨ ਕੋਟ ਜਾਕੈ ਰਮਾਵਲੀ ਜਿਸ ਕ੍ਰਿਸ਼ਨ ਭਗਵਾਨ ਨੇ ਮਹਾਭਾਰਤ ਦੇ ਯੁੱਧ ਵਿੱਚ ਅਰਜਨ ਦੇ ਪਾਸੋਂ 18 ਖੂਨੀਆਂ ਫੌਜਾਂ ਸਮਾਪਤ ਕਰਵਾ ਕੇ ਰਾਵਣ
ਸੈਨਾ ਜਹ ਤੇ ਸ਼ਲੀ। ਰਾਜਿਆਂ ਦੀਆਂ ਫੌਜਾਂ ਨੂੰ ਛਲਣਾ ਕੀਤਾ ਸੀ, ਉਹ ਕ੍ਰਿਸ਼ਨ ਵੀ ਕਰੋੜਾਂ ਹੀ ਹਨ। ਸਹਸ ਕੋਟਾ ਬਹੁ ਕਹਿਤ ਪੁਰਾਨ। ਕਰੋੜਾਂ ਹੀ ਹਜ਼ਾਰਾਂ ਮੂੰਹਾਂ ਵਾਲੇ ਸ਼ੀਸ਼ ਨਾਗ ਹਨ। ਅੰਤ ਹੀ ਪੁਰਾਣਾਂ ਨੂੰ ਕਥਨ ਕਰਨ ਵਾਲੇ ਵਿਆਸ ਆਦਿਕ ਰਿਸ਼ੀ ਨੇ, ਜਾਂ ਹਜ਼ਾਰਾਂ ਕਰੋੜਾਂ ਗ੍ਰੰਥ ਅਤੇ ਬਹੁਤ ਪੁਰਾਣ ਆਦਿਕ ਜਿਸ ਪ੍ਰਭੂ ਦਾ ਜਸ ਕਥਨ ਕਰਦੇ ਹਨ। ਉਹਦੇ ਵਿੱਚ ਉਸ ਪ੍ਰਭੂ ਨੇ ਦੁਰਯੋਧਨ ਦਾ ਹੰਕਾਰ ਮਲਨਾ ਕੀਤਾ, ਨਾਸ਼ ਕੀਤਾ ਹੈ। ਉਹ ਦੁਰਯੋਧਨ ਵੀ ਹਨ। ਤਰਪ ਕੋਟ ਜਗ ਲਵਨ ਤਰਨ। ਥੋੜਾ ਹੀ ਕਾਮਦੇਵ ਵੀ ਜਿਸ ਪਰਮਾਤਮਾ ਦੀ ਸੁੰਦਰਤਾ ਦੇ ਬਰਾਬਰ ਸ਼ੋਭਾ ਧਾਰਨ ਨਹੀਂ ਕਰ ਸਕਦੇ। ਭਾਵ ਉਹ ਪ੍ਰਭੂ ਅਤਿਅੰਤ ਸੁੰਦਰ ਹੈ। ਅੰਤਰ ਅੰਤਰ ਮਨ ਸਾਹਰ ਹੈ। ਜੋ ਕਾਮ ਜੀਵਾਂ ਦੇ ਹਿਰਦਿਆਂ ਦੇ ਅੰਦਰੋਂ ਅੰਦਰੀ ਸ੍ਰੇਸ਼ਟ ਬੁੱਧੀ ਨੂੰ ਚੁਰਾ ਲੈਂਦਾ ਹੈ, ਜਾਂ ਬੁੱਧੀ ਦੇ ਅੰਦਰ ਪਰਮਾਤਮਾ ਵੱਲੋਂ ਅੰਤਰਾ ਭੇਦ ਪਾਉਣ ਵਾਲੇ ਕਾਮ ਨੂੰ ਪ੍ਰਭੂ ਨਾਸ਼ ਕਰ ਦਿੰਦਾ ਹੈ। ਕਬੀਰਾ ਸੁਨ ਸਾਰਗ ਭਾਨ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਇਹ ਸਾਰੰਗ ਨਾਮੀ ਧਨਖ ਨੂੰ ਆਪਣੇ ਹੱਥਾਂ ਵਿੱਚ ਪਕੜਨ ਵਾਲੇ ਪ੍ਰਭੂ, ਮੇਰੀ ਬੇਨਤੀ ਨੂੰ ਸੁਣਨਾ ਕਰ। ਦੇਹ ਅਪੈ ਪਦ ਮੰਗੋ ਦਾਨ। ਮੈਨੂੰ ਨਿਰਭੈ ਪਦਵੀ ਦੇਣਾ ਕਰ, ਮੈਂ ਤੇਰੇ ਪਾਸੋਂ ਇਹ ਦਾਨ ਮੰਗਦਾ ਹਾਂ ਜੀ। ਕਿਉਂਕਿ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਨਿਰਭਉ ਵਾਹਿਗੁਰੂ ਨੂੰ ਧਿਆਇਆ, ਉਹਨਾਂ ਦਾ ਸਾਰਾ ਡਰ ਮਹਾਰਾਜ ਨੇ ਗਵਾ ਦਿੱਤਾ ਹੈ। ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨ ਧਿਆਨ। ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੀ ਬਖਾਨ। ਸੋ ਨਿਰਭੈ ਪਦਵੀ ਬਹੁਤ ਉੱਤਮ ਹੈ। ਮਹਾਰਾਜ ਨੇ ਫਰਮਾਇਆ, ਪ੍ਰਭ ਕੀ ਸਰਨ ਸਗਲ ਭੈ ਲਾਥੇ। ਦੁਖ ਬਿਨ ਸੇ ਸੁਖ ਪਾਇਆ। ਦਇਆਲ ਹੁਆ ਪਾਰ ਬ੍ਰਹਮ ਸੁਆਮੀ। ਪੂਰਾ ਸਤਿਗੁਰ ਧਿਆਇਆ। ਨਿਰਭੈ ਪਦਵੀ, ਇਹ ਜੋ 7 ਪ੍ਰਕਾਰ ਦਾ ਡਰ ਹੈ, ਮਹਾਰਾਜ ਨੇ ਆਪਦੇ ਸੇਵਕਾਂ ਦਾ ਦੂਰ ਕਰ ਦਿੱਤਾ ਹੈ। ਕੱਲ ਹੁਕਮਨਾਮਾ ਆਇਆ ਸੀਗਾ 31 ਅਕਤੂਬਰ ਸ਼ਹੀਦ ਭਾਈ ਬੇਅੰਤ ਸਿੰਘ ਸਾਹਿਬ ਜੀ ਦੀ ਬਰਸੀ ਵਾਲੇ ਦਿਨ। ਕੱਲ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੀ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰ ਨਾਖਸ ਮਾਰ ਪਚਾਇਆ। ਵੇਖੋ 7 ਸਾਲ ਦਾ ਛੋਟਾ ਜਿਹਾ ਬੱਚਾ ਨਹੀਂ ਡਰਿਆ। ਵਾਹਿਗੁਰੂ ਦੀ ਇਹੋ ਜਿਹੀ ਕਿਰਪਾ, ਉਹਨੂੰ ਨਿਰਭੈ ਪਦਵੀ ਮਹਾਰਾਜ ਨੇ ਦਿੱਤੀ। ਹਰ ਨਾਖਸ ਜਿਹੜਾ ਸੀਗਾ ਉਹ ਕੰਬ ਗਿਆ ਸੀਗਾ ਪ੍ਰਹਿਲਾਦ ਦੇ ਸਿਦਕ ਉੱਪਰ। ਫਿਰ ਮਹਾਰਾਜ ਨੇ ਹਰ ਨਾਖਸ ਨੂੰ ਮਾਰ ਕੇ ਪਚਾ ਦਿੱਤਾ, ਖਤਮ ਕਰ ਦਿੱਤਾ। ਉਹਨੂੰ ਭਗਤਾਂ ਤੇ ਦੁੱਖ ਦੇਣ ਵਾਲਾ ਜਾਣ ਕੇ ਦੂਰ ਕਰ ਦਿੱਤਾ। ਕਿਉਂ ਮਹਾਰਾਜ ਆਪਦੇ ਸੰਤਾਂ ਨੂੰ, ਭਗਤਾਂ ਨੂੰ ਕੋਈ ਵੀ ਡਰ ਲੱਗਣ ਨਹੀਂ ਦਿੰਦਾ। ਯਹ ਪਹਿ ਪਹਿ ਪਰਲੋਕ ਪਹਿ। ਜਨਮ ਵੇਦਨਾ ਜਾਤ ਜਾਂ ਮਰਨ ਵੇਦਨਾ ਜਾਤ। ਜੰਮਣ ਦੀ ਵੀ ਪੀੜਾ ਤੇ ਮਰਨ ਦੀ ਵੀ ਪੀੜਾ ਹੈ, ਇੱਕੋ ਹੀ ਚੀਜ਼ ਹੈ। ਜਨਮ ਵਕਤ ਵੀ ਪੀੜਾ ਸਾਹਾਰ ਦਾ ਤੇ ਮਰਨ ਵਕਤ ਵੀ। ਇਹ ਵੀ ਸਭ ਤੋਂ ਵੱਡਾ ਦੁੱਖ ਹੈ, ਭੈ ਹੈ। ਇੱਕ ਦੁੱਖ ਰਾਮ ਦਾ ਇਕਾਟੋ ਮੇਰਾ, ਅਗਨ ਦਾ ਹੈ ਅਰ ਗਰਭ ਬਸੇਰਾ। ਜਨਮ ਵੇਦਨਾ ਜਾਤ ਅਨ ਰਖਿਆ ਗੁਪਤ ਪੈ, ਅਕਸ ਮਾਤਰ ਪੈ ਸਾਧ। ਇਹ 7 ਪ੍ਰਕਾਰ ਦਾ ਡਰ ਮਹਾਰਾਜ ਆਪ ਦੇ ਸੇਵਕਾਂ ਦਾ
ਦੂਰ ਕਰ ਦਿੰਦਾ ਹੈ। ਇਹ ਮਹਾਰਾਜ ਆਪਦੇ ਚਰਨਾਂ 'ਚੋਂ ਮੈਂ ਦਾਨ ਮੰਗਦਾ ਕਿ ਇਸ ਲੋਕ ਦਾ ਡਰ ਵੀ ਤੇ ਪਰਲੋਕ ਵੀ ਜਾਵਾਂ ਦਾ ਡਰ ਵੀ ਇਹ ਸਾਡਾ ਦੂਰ ਕਰ ਦਿਓ ਜੀ। ਭੈਰੋਂ ਬਾਣੀ ਨਾਮ ਦਿਓ ਜਿਉ ਕੀ। ਭੈਰੋਂ ਰਾਗ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨਾਮਦੇਵ ਜੀ ਦੀ ਬਾਣੀ ਜੋ ਉਚਾਰਨ ਕੀਤੀ ਹੋਈ ਹੈ ਉਹ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਲਿਖਵਾ ਰਹੇ ਹਨ। ਘਰ ਪਹਿਲਾ ਸਤਿਗੁਰੂ ਅਰਜਨ ਦੇਵ ਜੀ ਪਹਿਲੇ ਸੁਰਤਾਲ ਵਿੱਚ ਦਰਜ ਕਰ ਰਹੇ ਨੇ। ਇੱਕ ਓੰਕਾਰ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ਕ ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਭਗਤ ਨਾਮਦੇਵ ਜੀ ਰਸਨਾ ਤਾਈਂ ਸਿੱਖਿਆ ਦਿੰਦੇ ਹੋਏ ਉਚਾਰਨ ਕਰਦੇ ਨੇ। ਰੇ ਜਿਹਬਾ ਕਰੋ ਸਤਖੰਡ। ਇਹ ਜ਼ਬਾਨ ਹੈ ਰਸਨਾ ਮੈਂ ਉਸ ਸਮੇਂ ਤੇਰੇ 100 ਟੁਕੜੇ ਕਰ ਦੇਵਾਂਗਾ। ਜਾਮ ਨ ਉਚਰਸਾ ਸ੍ਰੀ ਗੋਬਿੰਦ। ਜਦੋਂ ਤੂੰ ਸ਼ੋਭਾ ਦੇ ਮਾਲਕ ਪਰਮਾਤਮਾ ਦੇ ਨਾਮ ਨੂੰ ਉਚਾਰਨ ਨਹੀਂ ਕਰੇਂਗੀ। ਰੰਗੀਲੇ ਜਿਹਬਾ ਹਰ ਕੈ ਨਾਏ। ਜਿਨ੍ਹਾਂ ਨੇ ਹਰੀ ਪਰਮਾਤਮਾ ਦੇ ਨਾਮ ਨੂੰ ਜਪ ਕੇ ਆਪਣੀ ਜ਼ਬਾਨ ਆਪਣੀ ਰਸਨਾ ਪ੍ਰੇਮ ਨਾਮ ਰੰਗ ਨਾਲ ਰੰਗ ਲਈ ਹੈ। ਸੋ ਰੰਗ ਰੰਗੀਲੇ ਹਰ ਹਰ ਧਿਆਏ। ਉਹ ਹਰੀ ਭਰੀ ਕਰਨ ਵਾਲੇ ਹਰੀ ਪਰਮਾਤਮਾ ਦੇ ਨਾਮ ਨੂੰ ਸਿਮਰ ਸਿਮਰ ਕੇ ਨਾਮ ਰੰਗ ਵਿੱਚ ਆਨੰਦੀ ਹੋ ਗਏ ਹਨ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਮਿਥਿਆ ਜਿਹਬਾ ਅਵਰੇ ਕਾਮ। ਇਹ ਰਸਨਾ ਤੂੰ ਝੂਠੀ ਹੈ ਕਿਉਂਕਿ ਉਹ ਜਿਹੜੀ ਜ਼ਬਾਨ ਹੈ ਸਮਝ ਲਓ ਝੂਠ ਹੀ ਬੋਲ ਰਹੀ ਹੈ। ਜੋ ਵਾਹਿਗੁਰੂ ਦਾ ਨਾਮ ਨਹੀਂ ਬੋਲਦੀ ਨਾਮ ਹੀ ਸੱਚ ਹੈ। ਸਾਚੀ ਬਾਣੀ ਮਿੱਠੀ ਅੰਮ੍ਰਿਤਾਰ ਬਾਣੀ ਹੋਈ ਸੱਚੀ ਬਾਕੀ ਸਭ ਝੂਠ। ਜੋ ਹੋਰਨਾਂ ਸਵਾਦਾਂ ਨੂੰ ਲੈਣ ਵਿੱਚ ਜਾਂ ਵਿਅਰਥ ਬਚਨ ਬੋਲਣ ਦੇ ਕੰਮ ਵਿੱਚ ਲੱਗੀ ਰਹਿੰਦੀ ਉਹ ਝੂਠੀ ਹੋਈ ਹੈ। ਨਿਰਵਾਣ ਵਦ ਇਕ ਹਰ ਕੋ ਨਾਮ। ਬੰਧਨਾਂ ਤੋਂ ਰਹਿਤ ਪਦਵੀ ਤਾਂ ਇੱਕ ਹਰੀ ਪਰਮਾਤਮਾ ਦਾ ਨਾਮ ਹੀ ਦੇਣ ਵਾਲਾ ਹੈ। ਅਸੰਖ ਕੋਟ ਅਨ ਪੂਜਾ ਕਰੀ। ਜੇਕਰ ਕਿਸੇ ਨੇ ਅਣਗਿਣਤ ਵਾਰ ਕਰੋੜਾਂ ਦੇਵਤਿਆਂ ਦੀ ਹੋਰ ਪ੍ਰਕਾਰ ਨਾਲ ਪੂਜਾ ਕੀਤੀ ਹੋਵੇ। ਏਕ ਨ ਪੂਜਸਾ ਨਾਮ ਹਰੀ। ਪਰ ਭਗਤ ਨਾਮਦੇਵ ਜੀ ਕਥਨ ਕਰਦੇ ਨੇ ਪਰਮਾਤਮਾ ਦੇ ਨਾਮ ਬਰਾਬਰ ਇੱਕ ਤਿਲ ਮਾਤਰ ਵੀ ਨਹੀਂ ਪੁੱਜਦੀ ਹੈ। ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਪ੍ਰਣਵੈ ਨਾਮ ਦਿਓ ਇਹ ਕਰਣਾ। ਭਗਤ ਨਾਮਦੇਵ ਜੀ ਬੇਨਤੀ ਪੂਰਵਕ ਉਚਾਰਨ ਕਰਦੇ ਹਨ ਕਿ ਹੇ ਪ੍ਰਭੂ ਤੂੰ ਮੇਰੇ ਉੱਪਰ ਇਹ ਕਿਰਪਾ ਕਰ। ਅਨੰਤ ਰੂਪ ਤੇਰੇ ਨਾਰਾਇਣਾ। ਕਿ ਹੇ ਪਰਮਾਤਮਾ ਮੈਂ ਬੇਅੰਤ ਜੀਵਾਂ ਵਿੱਚ ਤੇਰੇ ਇੱਕ ਸਰੂਪ ਨੂੰ ਹੀ ਦੇਖਣਾ ਕਰਾਂ। ਪਰ ਤਨ ਪਰ ਦਰ ਪਰ ਹਰੀ। ਹੇ ਨਾਮਦੇਵ ਜੀ ਪਰਮਾਤਮਾ ਕਿਸ ਦੇ ਨੇੜੇ ਰਹਿੰਦਾ ਹੈ ਤਾਂ ਫਰਮਾਉਂਦੇ ਕਿ ਜਿਸ ਨੇ ਪਰਾਈ ਦੌਲਤ ਤੇ ਪਰ ਇਸਤਰੀ ਦੇ ਮੋਹ ਦੀ ਇੱਛਾ ਨੂੰ ਤਿਆਗ ਦਿੱਤਾ ਹੈ। ਤਾਂ ਕੈ ਨਿਕਟਾ ਬਸੈ ਨਰ ਹਰੀ। ਸੋ ਜਿਹੜਾ ਨਰਾਂ ਨੂੰ ਹਰੀ ਭਰੀ ਕਰਨ ਵਾਲਾ ਪ੍ਰਭੂ ਹੈ ਉਸ ਹੀ ਮਨੁੱਖ ਦੇ ਨੇੜੇ ਵਸਦਾ ਭਾਵ ਅੰਗ ਸੰਗ ਰਹਿੰਦਾ ਹੈ। ਭਜਤੇ ਨਾਰਾਇਣਾ। ਜਿਹੜੇ ਮਨੁੱਖ ਪਰਮਾਤਮਾ ਦਾ ਭਜਨ ਸਿਮਰਨ
कर दे। तिनका मैं करूं दर्शना। तिन्हां मनुखां दा मैं दर्शन दीदार करना भी नहीं चाहुंदा हाँ जी। जे तू तुठा किरपा निधान ना दूजा विखाल इह पाई मूँ दातड़ी नित हिरदे रखा संभाल। विश्राम देकर फरमान कर देने। जिनका भीतर है अंतरा। ये भाई जिन्हां दे हिरदे विच अज्ञान दा पर्दा पिया होया या भेद बुद्धि करके परमात्मा दे सिमरन भजन वालों फर्क पिया होया है। जैसे पासा तैसे होए नरा। जिस प्रकार दे पशु हुंदे ने पशु नामे पछड़े होए दा उस प्रकार दे ही वो जिहड़े नरा मनुख हुंदे ने भाव जिवें पशु खाण पीण भोगण विच लगे रहिंदे हन इउं वो मनुख भी खाण पीण ते भोगण विच तदाकार हो रहे ने। जैसा कि सहबां दा फरमान है आमन आई सृष्ट में बिन बूझे पस ढोर। या निंद्रा भोजन भोग पै यह पस पुरख समान। नरन ज्ञानी जद कदा ज्ञान बिना पस जान। प्रणवत नाम देव न कह बिना। भगत नामदेव जी बेनती पूर्वक कथन करते ने कि जिमें कोई मनुख नक तो बिना होवे ना सो है 32 लखना। ना सो है 32 लखना ਉਹਦੇ 32 ਲੱਛਣ ਕੀਤੇ ਹੋਣ ਭਾਵੇਂ ਤਾਂ ਵੀ ਉਹ ਸ਼ੋਭਾ ਨਹੀਂ ਪਾਉਂਦਾ ਹੈ। ਅਰਥਾਤ ਪੁਰਾਣੀ ਕਮੀਆਂ ਨੇ ਸਰੀਰ ਦੀ ਸੁੰਦਰਤਾ ਦੇ 32 ਲੱਛਣ ਦੱਸੇ ਨੇ ਜਿਵੇਂ 5 ਦੀਰਘ ਨੇਤਰ ਜਬਾੜੇ ਨੱਕ ਬੱਖੀ ਤੇ ਭੁਜਾ ਇਹ ਦੀਰਘ ਹੁੰਦੇ। 5 ਸੂਖਮ त्वचा चमड़ी केस उंगलियां दंद उंगलियां दियां गंढां 7 लाल हथेली पैर दे तले अखां दे कोए तालुआ जीभ बुल ते 9 6 उच्चे कमर दी हड्डी पेट पसली मोढे हथ दे उपरले पासे ते मुख 3 विस्तार वाले मत्था छाती अते कमर 3 छोटे गर्दन जंगा ते लिंग 3 गंभीर स्वर सुभाव ते नाभि। ਇਹ ਕੁੱਲ ਜੋੜ ਸਕੰਦ ਪੁਰਾਣ ਕਾਸ਼ੀ ਖੰਡ ਵਿੱਚ 32 ਲਿਖਿਆ ਹੈ। ਜਾਂ ਸੁਕ੍ਰਿਤ ਪ੍ਰਮਾਣ ਕੁੱਲ ਰੂਪ ਕਿਰਿਆਵੰਤ ਸਦਾ ਸੱਜਣ ਸਬੁੱਧ ਸਤ ਸੀਲ ਵਰਤ ਧਾਰੀ ਹੈ। ਵਿਚਛਣ ਮਿਨਾਈ ਜਪੀ ਵਿਸ਼ਵਾਸ ਬੰਦਨੀय कवि निर्लोभ दया दानी उपकारी है। तुष निद्रा इंद्री जित सोच प्रकाश बुध हर गुर मात पिता भगत प्यारी है। शास्त्रग धर्मग मित भुख वशकाम लक्षण 32 नर जगत मझारी है। ये लाल कवि जी ने राजे के 32 लक्षण कहे हैं। या सुंदर सलाच सुधी साहसी सुहृद साचो स्वर स्वच सावधान शतरग जानिए। उद्यमी उदार गुण ग्राहियो गंभीर लाल शुद्ध मन धर्मी शमी सो तत्व ज्ञानिए। इंद्री जित सतव्रत सुकृति धृति विनीत तेजसी दवाल प्रीत हारसों परमानिए। लोभ शोभ हिंसा काम कपट गरूरता न लक्षण 32 36 के बखानी। स्त्रियों के 32 लक्षण ये ने सुंदरता सुवच्छता लज्जा चतुराई विद्या पति भक्ति सेवा दया सत प्रिय बाणी प्रसन्नता नम्रता निष्कपटता एकता
ਧੀਰਿਆ, ਧਰਮਨਿਸ਼ਠਾ, ਸੰਯਮ, ਉਦਾਰਤਾ, ਗੰਭੀਰਤਾ, ਉਦਮ, ਸ਼ੂਰਵੀਰਤਾ, ਰਾਗ, ਕਾਵ, ਚਿੱਤਰ, ਔਸ਼ਧ, ਰਸੋਈ, ਸਿਉਣ ਪਰਾਉਣ ਦੀ ਵਿਦਿਆ, ਘਰ ਪਈਆਂ ਵਸਤੂਆਂ ਨੂੰ ਯਥਾਯੋਗ ਸ਼ਿੰਗਾਰਨਾ, ਬਜ਼ੁਰਗਾਂ ਦਾ ਆਦਰ, ਘਰ ਆਏ ਮਹਿਮਾਨਾਂ ਦਾ ਆਦਰ, ਸੰਤਾਨ ਦਾ ਪਾਲਣ ਪੋਸ਼ਣ, ਫੁਲਵਾੜੀ ਸਜਾਉਣੀ ਆਦਿ। ਸੋ ਭਾਵ ਇਹ ਹੈ ਕਿ ਇਹਨਾਂ 32 ਲੱਛਣਾਂ ਦੇ ਸਹਿਤ ਹੋਇਆ ਮਨੁੱਖ ਜੇਕਰ ਨੱਕ ਤੋਂ ਬਿਨਾਂ ਹੋਵੇ ਤਾਂ ਉਹ ਸ਼ੋਭਾ ਨਹੀਂ ਪਾਉਂਦਾ ਹੈ। ਇਸੇ ਪ੍ਰਕਾਰ ਨਾ ਸੋ ਹੈ 32 ਲਖਣਾ। 5 ਗਿਆਨ ਇੰਦਰੀ, 5 ਕਰਮ ਇੰਦਰੀ ਵਸ ਕੀਤੇ ਹੋਣ, 5 ਵਿਸ਼ੇ ਤਿਆਗੇ ਹੋਣ, 5 ਵਿਕਾਰ ਕਾਬੂ 'ਚ ਹੋਣ, 5 ਪ੍ਰਾਣਾਂ ਦਾ ਨਿਰੋਧ ਕੀਤਾ ਹੋਵੇ, 5 ਤੱਤਾਂ ਦੀ ਧਾਰਨਾ ਵਾਲਾ ਹੋਵੇ, ਖਿਮਾ ਤੇ ਨਿਮਰਤਾਵਾਨ ਹੋਵੇ। ਪਰ ਜੇਕਰ ਪਰਮਾਤਮਾ ਦਾ ਜਸ ਰੂਪੀ ਨੱਕ ਨਹੀਂ ਹੈ ਤਾਂ ਐਸੇ 32 ਲੱਖਣਾਂ ਵਾਲਾ ਮਨੁੱਖ ਵੀ ਸ਼ੋਭਾ ਨਹੀਂ ਪਾਉਂਦਾ ਹੈ। ਦੂਧ ਕਟੋਰਾ ਗੜਵੈ ਪਾਣੀ। ਇੱਕ ਵਾਰ ਭਗਤ ਨਾਮਦੇਵ ਜੀ ਦੇ ਪਿਤਾ ਨਾਨਾ ਜੀ, ਭਗਤ ਮਾਲ ਵਿੱਚ ਨਾਨਾ ਜੀ ਲਿਖਿਆ ਹੋਇਆ ਹੈ। ਜਿਵੇਂ ਮਾਝੇ ਦੇ ਬੱਚੇ ਨਾਨਕਿਆਂ ਘਰ ਪਲਦੇ ਨੇ, ਮਾਂ ਦਾ ਪਿਓ ਹੀ ਹੁੰਦਾ ਹੈ। ਨਾਨਾ ਜੀ ਕਿਸੇ ਕੰਮ ਕਾਰਨ ਨਗਰ ਤੋਂ ਬਾਹਰ ਚੱਲੇ ਸਨ। ਉਹਨਾਂ ਨੇ ਭਗਤ ਨਾਮਦੇਵ ਜੀ ਨੂੰ ਕਿਹਾ ਕਿ ਬੇਟਾ, ਅੱਜ ਤੂੰ ਮੰਦਰ ਵਿੱਚ ਜਾ ਕੇ ਠਾਕੁਰਾਂ ਨੂੰ ਭੋਗ ਲਵਾਵੀਂ। ਉਸ ਸਮੇਂ ਭਗਤ ਨਾਮਦੇਵ ਜੀ ਦੀ ਬਾਲਕ ਅਵਸਥਾ ਸੀ। ਸੋ ਜਿਵੇਂ ਉਹਨਾਂ ਨੇ ਠਾਕੁਰ ਨੂੰ ਭੋਗ ਲਵਾਇਆ, ਉਸ ਬਚਪਨ ਦੀ ਸਾਖੀ ਦੁਆਰਾ ਭਗਤ ਨਾਮਦੇਵ ਜੀ ਉਪਦੇਸ਼ ਕਥਨ ਕਰਦੇ ਨੇ ਕਿ ਉਹ ਪਰਮਾਤਮਾ ਆਪਣੇ ਭਗਤਾਂ ਦੇ ਭੋਲੇ ਸੁਭਾਅ ਉੱਤੇ ਪ੍ਰਸੰਨ ਹੁੰਦਾ ਹੈ ਅਤੇ ਆਪਣੀ ਦ੍ਰਿਸ਼ਟੀ ਦੁਆਰਾ ਦਰਸ਼ਨ ਦੇ ਕੇ ਸਾਰੇ ਭਰਮ ਕੱਟ ਦਿੰਦਾ ਹੈ। दूध कटोरा, कोले विच कटोरे विच दुध अते गड़वे पानी, गड़वे विच पानी पा लिया। भगत नामदेव जी ने कपल गाए नाम दुहियानी। भगत नामदेव जी कथन करते ने कि मैं कपला गऊ, काले रंग के थणा वाली घां तो हे चो के आनी लियाउणा कीती। दूध पियो गोबिंदे राय। मैं मंदिर विच ठाकुरां की बेनती की कि हे राजा रूप परमात्मा, मेरा लियांदा होया दुध पीना करो। दूध पियो मेरे मन पति आए। जेकर तुसीं दुध पीना करोगे तो मेरा जिहड़ा मन है ये पतीज जाएगा। भा मैनू भरोसा हो जाएगा कि तुसी मेरे पिता मेरे नाना जी तो दुध पींदे हो। नाही तां कर को बाप रसाए। नहीं तो मेरे घर का पिता या नहीं तो घर नूं संभालण वाली मेरी मां का पिता भा मेरा नाना मैनू रसाई गुस्से होवेगा कि तू दुध क्यों नहीं पिया के आया, ठाकुरां नूं भोग क्यों नहीं लवाया है। विश्राम जी कर फरमान करदे ने। सोन कटोरी अमृत पारी। सोने की कटोरी अमृत रूप दुध की भरी हुई है। नामदेव जी ने भी दुध नूं अमृत लिखिया है ते श्री गुरु नानक देव जी ने भी दुध नूं अमृत लिखिया है। दुध एक अमृत है। पशु मिलह चंगियाइयां खड़ खावह अमृत दे। पशुआं नूं चंगियाइयां मिलदियां ने, सारे शाबाश कहंदे ने क्योंकि वो खड़िया हरिया घाह पट्ठा खा के अमृत रूप दुध दिंदे हन। नाम होने आदमी त्रिग जीवन कर्म करे। नाम तो बगैर जिहड़े आदमी ने उन्होंने त्रिगाकार जो फोकट कर्म करते ने।
ਇੱਥੇ ਵੀ ਨਾਮਦੇਵ ਜੀ ਨੇ ਸੋਈ ਨੂੰ ਕਟੋਰੀ ਅੰਮ੍ਰਿਤ ਭਰੀ ਲਿਖਿਆ ਹੈ, ਮਤਲਬ ਦੁੱਧ ਨੂੰ ਅੰਮ੍ਰਿਤ ਲਿਖਿਆ ਭਗਤ ਨਾਮਦੇਵ ਜੀ ਨੇ ਵੀ, ਗੁਰੂ ਸਾਹਿਬ ਨੇ ਵੀ। ਪਰ ਲੋਕ ਕਲਯੁਗੀ ਇਹੋ ਜਿਹੇ ਜੰਮ ਪਏ ਜਿਨ੍ਹਾਂ ਨੇ ਵਾਹਿਗੁਰੂ ਦੀ ਅਮਾਨਤ ਵਿੱਚ ਖਿਆਨਤ ਪਾਉਣੀ ਸ਼ੁਰੂ ਕਰ ਦਿੱਤੀ। ਅੰਮ੍ਰਿਤ ਦੇ ਵਿੱਚ ਵੀ ਵਿਗਾੜ ਪੈਦਾ ਕਰ ਦਿੱਤਾ। ਤੁਸੀਂ ਪੈਸੇ ਮੰਗੋ, ਜੇ ਬਹੁਤੀ ਤੁਹਾਨੂੰ ਭੁੱਖ ਹੈ, ਤੁਹਾਡਾ ਗੁਜ਼ਾਰਾ ਔਖਾ ਚੱਲਦਾ ਹੈ, ਤੁਸੀਂ ਕਹੋ ਵੀ ਆਹ ਜਿਹੜਾ ਦੁੱਧ ਹੈ 100 ਰੁਪਈਆ ਲਾ ਲਓ, ਆ ਵਧੀਆ ਦੁੱਧ ਹੈ, ਅਸੀਂ ਤਰੀਕੇ ਦੇ ਨਾਲ ਸੋਹਣਾ ਘਾਹ ਪੱਠਾ ਪਾ ਕੇ ਗਾਵਾਂ ਨੂੰ ਫੀਡ ਦੇ ਕੇ ਤੇ ਦੁੱਧ ਪ੍ਰਾਪਤ ਕੀਤਾ, ਇਹ 100 ਰੁਪਈਏ ਕਿਲੋ ਹੈ। ਅਗਲੇ ਦੀ ਮਰਜ਼ੀ ਹੈ ਉਹ ਲਵੇ ਜਾਂ ਨਾ ਲਵੇ। ਤੇ ਆਹ ਜਿਹੜਾ 60 ਰੁਪਈਏ ਕਿਲੋ ਹੈ, ਆਹ 50 ਰੁਪਈਏ 40 ਰੁਪਈਏ ਹੈ। ਤੇ ਆਹ ਜਿਹੜਾ ਸਪਰੇਟਾ ਹੈ ਇਹਦੇ ਚੋਂ ਕਰੀਮ ਕੱਢੀ ਹੋਈ ਹੈ, ਸੱਚ ਬੋਲ ਕੇ ਆਹ 30 ਰੁਪਈਏ ਕਿਲੋ ਹੈ ਜਾਂ 35 ਰੁਪਈਏ ਕਿਲੋ ਹੈ। ਸੋ ਅੰਮ੍ਰਿਤ ਦੇ ਵਿੱਚ ਵਿਗਾੜ ਭਲਾ ਕਿਉਂ ਪੈਦਾ ਕਰਨਾ। ਸੋ ਕਈ ਕਹਿੰਦੇ ਜੀ ਇਹ ਇੰਨੀ ਫੈਟ ਵਾਲਾ ਤੋ ਅਸੀਂ ਇੰਨਾ ਮਹਿੰਗਾ ਕਿਵੇਂ ਦੇ ਸਕਦੇ ਹਾਂ। ਪਰ ਸੱਚ ਤਾਂ ਬੋਲੋ ਗੁਰਮੁਖੋ। ਮੈਂ ਵੇਖਿਆ ਵੀ ਜਿਹੜੇ ਨੀਲੀਆਂ ਪੱਗਾਂ ਵਾਲੇ ਅੰਮ੍ਰਿਤਧਾਰੀ ਪੰਜਾਂ ਪਿਆਰਿਆਂ 'ਚ ਵੀ ਲੱਗਣ ਵਾਲੇ, ਮੈਨੂੰ ਮਾਫ ਕਰਨਾ, ਜਿਹੜੇ ਆਪਦੇ ਆਪ ਨੂੰ ਕੱਟੜ ਖਾਲਸਾ, ਮੈਂ ਕਈ ਵਾਰ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਇਹ ਫਿਰ ਕਾਹਦਾ ਸਾਊਪੁਣਾ ਹੋਇਆ ਜੋ ਮਹਾਰਾਜ ਨੇ ਆਖਿਆ ਵੀ ਕੂੜ ਬੋਲ ਮੁਰਦਾਰ ਖਾਏ। ਜਿਹੜੀ ਚੀਜ਼ ਸਹੀ ਹੈ ਉਹਨੂੰ ਸਹੀ ਕਹੋ, ਜਿਹੜੀ ਗਲਤ ਹੈ ਉਹਨੂੰ ਗਲਤ ਆਖੋ। ਦੱਸੋ ਵੀ ਕਰੀਮ ਕੱਢੀ ਹੋਈ ਹੈ। ਮਹਾਰਾਜ ਨੇ ਅੰਮ੍ਰਿਤ ਦਿੱਤਾ ਹੈ, ਅੰਮ੍ਰਿਤ ਵਿੱਚ ਤੁਸੀਂ ਵਿਗਾੜ ਪੈਦਾ ਕਰ ਦਿੱਤਾ। ਕਈ ਤਾਂ ਇਹੋ ਜਿਹੇ ਨਿਕੰਮੇ ਜੰਮੇ, ਉਹ ਤਾਂ ਛੱਪੜ ਆਦਿਕਾਂ ਦਾ ਗੰਦਾ ਪਾਣੀ ਪਾ ਦਿੰਦੇ ਨੇ। ਕਈ ਕਹਿੰਦੇ ਅੱਜ ਕੱਲ੍ਹ ਉਹ ਪਤਾ ਨਹੀਂ ਸਰਫ ਹੀ ਘੋਲ ਦਿੰਦੇ ਨੇ। ਮੈਂ ਤਾਂ ਵੈਸੇ ਇਹੋ ਜਿਹੀ ਗੱਲ ਨੂੰ ਸੱਚਾ ਨਹੀਂ ਮੰਨਦਾ, ਪਰ ਲੋਕਾਂ ਨੇ ਮੂਵੀਆਂ ਬਣਾਈਆਂ ਹੋਈਆਂ ਨੇ, ਕੈਮੀਕਲ ਵਗੈਰਾ ਸਰਫ ਆਦਿਕ, ਉਹ ਤਾਂ ਬਿਲਕੁਲ ਹੀ ਜ਼ਹਿਰ ਹੈ। ਚਲੋ ਪਾਊਡਰ ਤਾਂ ਮੰਨਿਆ ਵੀ ਘੱਟੋ ਘੱਟ ਬੰਦੇ ਦਾ ਨੁਕਸਾਨ ਤਾਂ ਨਹੀਂ ਹੁੰਦਾ। ਛੋਟੇ ਛੋਟੇ ਨਿਆਣੇ ਵਿਚਾਰੇ ਤਾਈਓ ਤਾਂ ਬਿਮਾਰੀਆਂ ਗ੍ਰਸਤ ਹੋ ਜਾਂਦੇ। ਤਾਂ ਇਸ ਵਾਸਤੇ ਮਹਾਰਾਜ ਦੀ ਅਮਾਨਤ ਹੈ, ਇਹ ਗੋਡ ਗਿਫਟ ਹੈ, ਬੰਦੇ ਦਾ ਤਿਆਰ ਕੀਤਾ ਹੋਇਆ ਕੁਛ ਨਹੀਂ ਹੈ। ਜੋ ਵਾਹਿਗੁਰੂ ਦੀ ਦਿੱਤੀ ਦਾਤ ਹੈ, ਵਾਹਿਗੁਰੂ ਦੀ ਦਿੱਤੀ ਦਾਤ ਦੇ ਵਿੱਚ ਇਨਸਾਨ ਦਾ ਕੋਈ ਵੀ ਹੱਕ ਨਹੀਂ ਕਿ ਉਹਦੇ ਵਿੱਚ ਵਿਗਾੜ ਕਰ ਦੇਵੇ। ਜੋ ਕੁਦਰਤ ਵੱਲੋਂ ਗਿਫਟ ਕੀਤਾ ਹੋਇਆ ਹੈ ਤਾਂ ਉਹਨੂੰ ਉਸੇ ਤਰ੍ਹਾਂ ਹੀ ਸਹੀ। ਇਹ ਸਭ ਤੋਂ ਵੱਡੀ ਮਹਾਨ ਸੇਵਾ ਜੋ ਸਮਾਜ ਦੀ ਸੇਵਾ ਹੈ। ਜੇ ਬੰਦਾ ਇੱਕ ਪਾਸਿਓਂ ਜਨਤਾ ਕੋਲੋਂ ਲੁੱਟ ਖਸੁੱਟ ਕੇ ਤੇ ਝੂਠ ਬੋਲ ਕੇ ਜਾਂ ਅਮਾਨਤ 'ਚ ਖਿਆਨਤ ਕਰਕੇ ਤੇ ਨਕਲੀ ਚੀਜ਼ਾਂ ਵੇਚ ਕੇ ਤੇ ਦੂਜੇ ਪਾਸੇ ਧਰਮ ਦੇ ਲੰਗਰ ਲਾਵੇ, ਮੈਂ ਤਾਂ ਸਮਝਦਾ ਵੀ ਰੱਬ ਕਦੀ ਖੁਸ਼ ਨਹੀਂ ਹੋਊਗਾ। ਚੋਰੀ ਦੇ ਮਾਲ ਤੇ ਗੁਰੂ ਨਾਨਕ ਸਾਹਿਬ ਇੰਨਾ ਗੁੱਸਾ ਕਰਦੇ ਸੀਗੇ। ਮਾਰੇ ਕਹਿੰਦੇ ਵੱਡੀ ਹੱਥ ਦਿਲਾਲ ਕੇ ਮਸਵੀ ਇਹ ਕਰੇ, ਨਾਨਕ ਕਹੇ ਸੋ ਮਿਲੇ ਜੇ ਖੱਟੇ ਕਰ ਲਈਦੇ। ਜੇ ਸੇਵਾ ਕਰਨ ਦਾ ਚਾਅ ਹੈ ਤੇ ਆਪਦੀ ਮਿਹਨਤ ਦਾ ਕਮਾ ਕੇ ਫਿਰ ਸਾਨੂੰ ਰੱਬ ਦੇ ਨਾਮ ਤੇ ਧਰਮ ਦੇ ਨਾਮ ਤੇ ਭੇਟਾ ਕਰਨਾ ਚਾਹੀਦਾ। ਜਿਨ੍ਹਾਂ ਨੂੰ ਤਾਂ ਲੋੜ ਹੈ, ਗਰੀਬ ਗੁਰਬਿਆਂ ਨੂੰ, ਉਹਨਾਂ ਨੂੰ ਤਾਂ ਤੁਸੀਂ ਪੈਸੇ ਲੈ ਕੇ ਡੁਪਲੀਕੇਟ ਚੀਜ਼ਾਂ ਦੇ ਰਹੇ ਹੋ। ਤੇ ਹੁਣ ਰੱਬ ਨੂੰ ਤਾਂ ਲੋੜ ਹੈ ਨਹੀਂ, ਉੱਥੇ ਆਪਾਂ ਪੁੱਜ ਕੇ ਪਿਓਰ ਚੀਜ਼ ਚੜਾਉਂਦੇ ਹਾਂ। ਕਿੰਨੀ ਹੈਰਾਨੀ ਦੀ ਗੱਲ ਹੈ, ਮੈਨੂੰ ਮਾਫ ਕਰਨਾ। ਤਾਂ ਵੈਸੇ ਸਾਨੂੰ ਧਰਮ ਦੀ ਪੂਜਾ ਕਰਨੀ ਚਾਹੀਦੀ ਹੈ, ਇਨਸਾਨ ਧਰਮੀ ਹੋਣਾ ਚਾਹੀਦਾ, ਪਰ ਜਨਤਾ ਦੀ ਸੇਵਾ ਵੀ ਤਾਂ ਧਰਮ ਹੀ ਹੈ। ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ। ਮੰਦਾ ਕਿਸ ਨੂੰ ਆਖੀਏ ਜਾਂ ਤਿਸ ਬਿਨ ਕੋਈ ਨਾ ਹੈ। ਮੈਂ ਖੁਦ ਆਪਣੀਆਂ ਅੱਖਾਂ ਨਾਲ ਵੇਖਿਆ, ਮੈਂ ਤਾਂ ਬਚਨ ਕਰ ਰਿਹਾ। ਚੀਜ਼ ਬਣੀ ਆ ਅੰਮ੍ਰਿਤਸਰ ਦੀ, ਉੱਤੇ ਬਕਾਇਦਾ ਟੈਗ ਲੱਗਾ ਹੋਇਆ ਅੰਮ੍ਰਿਤਸਰ, ਪਰ ਮੈਂ ਉਹੋ ਜਿਹੀ ਚੀਜ਼ ਕਿਤੇ ਵੀ ਨਹੀਂ ਵੇਖੀ, ਕਿਉਂਕਿ ਮੈਂ ਅੰਮ੍ਰਿਤਸਰ ਦਾ ਨਿਵਾਸੀ ਹਾਂ। ਕੈਨੇਡਾ ਦੇ ਵਿੱਚ ਪੈਕਿੰਗ ਚੀਜ਼ਾਂ ਆਪਾਂ ਖੋਲ੍ਹਦੇ ਰਹੇ, ਗਿਰੀਆਂ ਬਦਾਮਾਂ ਵਾਲਾ ਦੁੱਧ, ਸ਼ਰਬਤ, ਅਚਾਰ, ਬਣਿਆ ਹੋਇਆ ਸਾਗ ਔਰ ਪੈਕਿੰਗ ਫਰੂਟ, ਜਿੱਤੇ ਮੋਹਰ ਲੱਗੀ ਹੋਈ ਹੈ ਇੰਡੀਆ ਦੀ ਤੇ ਅੰਮ੍ਰਿਤਸਰ ਦੀ, ਪਰ ਉਹ ਚੀਜ਼ ਸਾਨੂੰ ਨਹੀਂ ਮਿਲਦੀ। ਜਿਹੜੀ ਸਭ ਤੋਂ ਵਧੀਆ ਬ੍ਰਾਂਡਡ ਆਲਾ ਕਿਸਮ ਦੀ ਵਸਤੂ ਹੈ, ਉਹਨੂੰ ਐਕਸਪੋਰਟ ਕੀਤਾ ਜਾਂਦਾ ਹੈ, ਡਾਲਰਾਂ ਦੇ ਵਿੱਚ ਉਹਦੀ ਕਮਾਈ ਕੀਤੀ ਜਾਂਦੀ ਹੈ।
मतलब ਜਿਹੜੀ ਜਨਤਾ ਇਹਨੂੰ ਪੈਦਾ ਕਰਨ ਵਾਲੀ ਆ, ਸਭ ਤੋਂ ਨਿਕੰਮੀ ਚੀਜ਼ ਪਿੰਡਾਂ ਦੀਆਂ ਗਲੀਆਂ ਦੇ ਵਿੱਚ ਆਉਂਦੀ ਹੈ, ਸੜੀ ਹੋਈ, ਜਿਹੜੀ ਰੂੜੀਆਂ ਤੇ ਸੁੱਟਣ ਵਾਲੀ, ਪਰ ਉਹਦਾ ਵੀ ਮੁੱਲ ਵਟਿਆ ਜਾਂਦਾ ਹੈ। ਪੈਸੇ ਦੇ ਕੇ ਵੀ ਸਹੀ ਚੀਜ਼ ਨਹੀਂ ਹੁੰਦੀ, ਉੱਪਰੋਂ ਕੁਛ ਹੋਰ ਹੁੰਦਾ, ਵਿੱਚੋਂ ਕੁਛ ਹੋਰ ਹੁੰਦਾ। ਸਾਡਾ ਭਾਰਤ ਮਹਾਨ ਹੈ, ਸੋ ਖਾਣ ਪੀਣ ਦੀਆਂ ਚੀਜ਼ਾਂ ਦੇ ਉੱਪਰ ਇੰਨਾ ਟੈਕਸ ਲੱਗਾ ਹੋਇਆ ਵੀ ਇਨਸਾਨ ਆਪਦਾ ਪੇਟ ਨਹੀਂ ਭਰ ਸਕਦਾ। ਬਾਹਰਲੀਆਂ ਕੰਟਰੀਆਂ 'ਚ ਇਹ ਗੁਣ ਹੈ, ਉਹ ਤਾਂ ਬੜੇ ਬੜੇ ਮੋਟੇ ਨੇ ਟੈਕਸ, ਪਰ ਖਾਣ ਪੀਣ ਦੀ ਚੀਜ਼ ਤੇ ਇੱਕ ਨਵਾਂ ਵੀ ਪੈਨੀ ਟੈਕਸ ਨਹੀਂ ਹੈ। ਡਾਲਰ ਦੇ ਨਾਲ ਇਨਸਾਨ ਜੋ ਮਰਜ਼ੀ ਆਪਦਾ ਗੁਜ਼ਾਰਾ ਕਰ ਸਕਦਾ। ਤੇ ਇਸ ਵਾਸਤੇ ਬੇਈਮਾਨੀ ਜਿਹੜੀ ਹੈ ਉਹ ਵਿਵਰਜਿਤ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨੂੰ ਅੰਮ੍ਰਿਤ ਲਿਖਿਆ ਹੈ। ਅੰਮ੍ਰਿਤ ਦੇ ਵਿੱਚ ਬੇਈਮਾਨੀ ਨਹੀਂ ਹੋਣੀ ਚਾਹੀਦੀ। ਦੁੱਧ ਦੇ ਵਿੱਚ ਪੁਰਾਣੇ ਲੋਕ ਸੀਗੇ ਸਾਡੇ ਬਜ਼ੁਰਗ, ਉਹ ਗਾਵਾਂ ਦਾ ਦੁੱਧ ਵੇਚਦੇ ਨਹੀਂ ਸਨ ਹੁੰਦੇ। ਪਤਾ ਨਹੀਂ ਕੀ ਉਹਨਾਂ ਦੇ ਮਨ ਵਿੱਚ ਸੀ, ਕਹਿੰਦੇ ਗਾਵਾਂ ਦਾ ਦੁੱਧ ਵੇਚਣਾ ਨਹੀਂ, ਰਿਸ਼ਤੇਦਾਰਾਂ ਨੂੰ ਇੱਧਰ ਉੱਧਰ ਆਂਢ ਗੁਆਂਢ ਦੇ ਦੇਣਾ। ਚਲੋ ਜੇ ਆਪਾਂ ਵੇਚਦੇ ਵੀ ਹਾਂ ਭਾਈ ਆ ਅੱਧਾ ਕਿਲੋ ਤਾਂ ਸਹੀ ਚੀਜ਼ ਪ੍ਰੋਵਾਈਡ ਕਰਾਉਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਨੇ ਵੀ ਸੋਨੇ ਦੀ ਕਟੋਰੀ ਅੰਮ੍ਰਿਤ ਰੂਪ ਦੁੱਧ ਦੀ ਭਰੀ ਹੋਈ ਹੈ। ਲੈ ਨਾਮ ਹਰਿ ਅੱਗੇ ਤਾਰੀ। ਭਗਤ ਨਾਮਦੇਵ ਜੀ ਕਥਨ ਕਰਦੇ ਨੇ ਕਿ ਮੈਂ ਉਹ ਦੁੱਧ ਨਾਲ ਭਰੀ ਕਟੋਰੀ ਲੈ ਕੇ ਹਰੀ ਪ੍ਰਮਾਤਮਾ ਦੇ ਅੱਗੇ ਰੱਖ ਦਿੱਤੀ। ਜਦੋਂ ਭਗਤ ਨਾਮਦੇਵ ਜੀ ਦੇ ਇਤਨਾ ਕਹਿਣ ਤੋਂ ਵੀ ਪ੍ਰਭੂ ਨੇ ਦੁੱਧ ਨਾ ਪੀਤਾ, ਕਿਉਂਕਿ ਉਹ ਮੂਰਤੀ ਪੱਥਰ ਦੀ ਸੀਗੀ। ਪੱਥਰ ਦੀ ਮੂਰਤੀ ਨੇ ਭਲਾ ਦੁੱਧ ਕੀ ਪੀਣਾ ਸੀਗਾ। ਤਾਂ ਭਗਤ ਜੀ ਨੇ ਹੱਠ ਨਾਲ ਕਿਹਾ ਕਿ ਜੇ ਤੁਸੀਂ ਦੁੱਧ ਨਾ ਪੀਤਾ ਤਾਂ ਮੈਂ ਵੀ ਕੁਝ ਨਹੀਂ ਖਾਵਾਂਗਾ। ਜਿਵੇਂ ਧੰਨੇ ਨੇ ਧਰਨਾ ਮਾਰ ਲਿਆ ਸੀ ਵੀ ਜੇ ਰੋਟੀ ਤੂੰ ਨਹੀਂ ਖਾਏਂਗਾ ਤੇ ਮੈਂ ਵੀ ਭੁੱਖਾ ਹੀ ਬੈਠਾ ਰਹਾਂਗਾ। ਫਿਰ ਪ੍ਰਤੱਖ ਹੋ ਕੇ ਮਹਾਰਾਜ ਨੇ ਭਗਤ ਧੰਨੇ ਦੇ ਪ੍ਰਸ਼ਾਦੇ ਛਕੇ ਸੀਗੇ। ਕਹਿਣ ਲੱਗਾ ਜੀ ਇਹ ਠੰਡੇ ਹੋ ਗਏ, ਬਈ ਹੋ ਗਏ, ਮੈਂ ਤਾਜ਼ੇ ਲਿਆਉਣਾ। ਮਾਰੇ ਕਹਿੰਦੇ ਨਹੀਂ ਹੁਣ ਇਹੀ ਖਾਵਾਂਗੇ, ਇਹ ਸਾਡੇ ਨਾਂ ਦੇ ਨੇ, ਵੇਖ ਤਾਜ਼ੇ ਹੀ ਨੇ। ਉਹ ਇਸ ਤਰ੍ਹਾਂ ਦੇ ਨਿਕਲੇ ਜਿਵੇਂ ਹੁਣੇ ਤਿਆਰ ਕੀਤੇ ਹੋਣ। ਕਿਉਂ ਭੋਲੇ ਪਾਏ ਮਿਲੇ ਰਗ ਰਾਇਆ ਭਗਤ ਨਾਮਦੇਵ ਜੀ। ਸੋ ਆਪਣੇ ਪੇਟ ਦੇ ਵਿੱਚ ਕਹਿੰਦੇ ਕਟਾਰ ਵੀ ਮਾਰਨ ਲੱਗੇ ਸੀ ਕਿ ਮੇਰੇ ਜੀਵਨ ਨੂੰ ਕੀ ਅਰਥ ਹੈ ਜੇ ਮੈਂ ਕੰਮ ਹੀ ਨਹੀਂ ਕਰ ਸਕਿਆ। ਆਪਦੇ ਨਾਨੇ ਦਾ ਕਿਹਾ, ਪਿਓ ਦਾ ਕਿਹਾ ਹੋਇਆ। ਜੇ ਮਹਾਰਾਜ ਮੇਰੇ ਤੇ ਨਾਰਾਜ਼ ਹੈ, ਨਾਨੇ ਕੋਲੋਂ ਤਾਂ ਡੇਲੀ ਦੁੱਧ ਪੀਂਦਾ, ਮੇਰੀ ਗਲਤੀ ਹੈ ਤਾਂ ਮੇਰੇ ਕੋਲੋਂ ਦੁੱਧ ਨਹੀਂ ਛਕ ਰਿਹਾ। ਜਿਸ ਵਕਤ ਮਰਨ ਲੱਗਾ ਏਕ ਭਗਤ ਮੇਰੇ ਹਿਰਦੇ ਬਸਾ। ਤਦੋਂ ਭਗਵਾਨ ਜੀ ਨੇ ਪ੍ਰਗਟ ਹੋ ਕੇ ਕਿਹਾ ਕਿ ਭਗਤ ਹੀ ਤਾਂ ਮੇਰੇ ਮਨ ਦੇ ਵਿੱਚ ਵਸਦੇ ਹਨ। ਮੈਂ ਭਗਤਾਂ ਦੀ ਆਖੇ ਕਿਉਂ ਨਹੀਂ ਲੱਗਾਂਗਾ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਨਾਮੇ ਦੇਖ ਨਾਰਾਇਣ ਹਸੈ। ਭਗਤ ਨਾਮਦੇਵ ਜੀ ਕਥਨ ਕਰਦੇ ਨੇ ਕਿ ਨਾਲੇ ਮੇਰੇ ਭੋਲੇ ਸੁਭਾਅ ਨੂੰ ਵੇਖ ਵੇਖ ਕੇ ਭਗਤ ਜੀ ਵਾਹਿਗੁਰੂ ਭਗਵਾਨ ਜੀ ਹੱਸੀ ਜਾਣ ਤੇ ਨਾਲੇ ਮੇਰੇ ਮੂੰਹ ਵੇਖੀ ਜਾਣ ਵੀ ਕੀ ਭੋਲਾ ਸੁਭਾਅ ਕਰ ਰਿਹਾ। ਤੇ ਜਿਹੜਾ ਇਹਦਾ ਨਾਨਾ ਉਹਦਾ ਆਪੇ ਹੀ ਦੁੱਧ ਪੀ ਜਾਂਦਾ ਸੀਗਾ, ਥੋੜਾ ਜਿਹਾ ਬੁੱਲਾਂ ਨੂੰ ਲਾਉਣਾ ਮੂਰਤੀ ਦੇ, ਬਾਕੀ ਆਪ ਚਾੜ ਜਾਣਾ। ਭਗਵਾਨ ਨੇ ਕਿਹਾ ਕਿ ਹੇ ਨਾਮਦੇਵ, ਪੱਥਰ ਕਦੇ ਦੁੱਧ ਨਹੀਂ ਪੀਂਦੇ ਤੇ ਤੂੰ ਕਮਲੀਆਂ ਨਾ ਮਾਰ, ਆਪਦੇ ਘਰ ਨੂੰ ਜਾ। ਭਗਤ ਨਾਮਦੇਵ ਜੀ ਨੇ ਆਪਣੇ ਭੋਲੇ ਭਾਲੇ ਸੁਭਾਅ ਕਾਰਨ ਕਿਹਾ ਕਿ ਜੇਕਰ ਪੱਥਰ ਦੁੱਧ ਨਹੀਂ ਪੀਂਦੇ ਤਾਂ ਪੱਥਰ ਬੋਲਦੇ ਵੀ ਨਹੀਂ ਹੁੰਦੇ। ਹੁਣ ਤੁਸੀਂ ਆਪ ਹੀ ਤਾਂ ਬੋਲ ਰਹੇ ਹੋ, ਮੈਂ ਜਿਹੜਾ ਬੋਲਣ ਵਾਲਾ ਉਹਦੇ ਨਾਲ ਗੱਲ ਕਰ ਰਿਹਾ। ਮੂਰਤੀ ਨਾਲ ਮੇਰਾ ਮਤਲਬ ਹੀ ਕੋਈ ਨਹੀਂ। ਉਹ ਮੇਰੇ ਸਾਹਮਣੇ ਆ ਗਏ ਤੇ ਦੁੱਧ ਛਕ ਲਏ, ਬਸ ਇੰਨਾ ਕਿ ਹੋਰ ਕੋਈ ਝਗੜਾ ਹੀ ਨਹੀਂ ਮੇਰਾ। ਇਸ ਲਈ ਮੇਰਾ ਲਿਆਂਦਾ ਦੁੱਧ ਹੁਣੇ ਪੀਣਾ ਕਰੋ। ਤਦੋਂ ਭਗਵਾਨ ਜੀ ਨੇ ਪ੍ਰਸੰਨ ਹੋ ਕੇ ਦੁੱਧ ਪੀਣਾ ਸ਼ੁਰੂ ਕੀਤਾ। ਉਸ ਵੇਲੇ ਨਾਮਦੇਵ ਜੀ ਨੇ ਭਗਵਾਨ ਦਾ ਗੁੱਟ ਹੱਥ ਫੜ ਲਿਆ। ਕਹਿੰਦਾ ਮਹਾਰਾਜ ਤੁਸੀਂ ਚੰਗੇ ਹੋ। ਜਿਹੜੇ ਪੜ੍ਹੇ ਲਿਖੇ ਲੋਕ ਹੁੰਦੇ ਨੇ ਮੇਰੇ ਵਰਗੇ ਤਾਂ ਸਭ ਚਟਮ ਕਰ ਜਾਂਦੇ,
ਉਂਗਲਾਂ ਦੇ ਨਾਲ ਵੀ ਆਪਾਂ ਭਾਂਡੇ ਚੱਟ ਜਾਂਦੇ ਆ। ਪੜ੍ਹੇ ਲਿਖੇ ਉਹਨਾਂ ਨੂੰ ਮੰਨਿਆ ਜਾਂਦਾ, ਸਿਆਣੇ ਉਹਨਾਂ ਨੂੰ ਮੰਨਿਆ ਜਾਂਦਾ ਜਿਹੜੇ ਵਿੱਚ ਝੂਠ ਛੱਡਣ। ਕੋਈ ਘਰ ਪ੍ਰਾਹੁਣਾ ਆਇਆ, ਥੋੜ੍ਹੀ ਚੀਜ਼ ਖਾ ਲਈ, ਥੋੜ੍ਹੀ ਛੱਡ ਦਿੱਤੀ, ਤੇ ਮੇਰੇ ਵਰਗੇ ਤਾਂ ਨਹੀਂ ਛੱਡਦੇ, ਸੱਚੀ ਗੱਲ ਹੈ। ਉਹਨਾਂ ਨੂੰ ਲੋਕ ਚੰਗੇ ਨਹੀਂ ਸਮਝਦੇ। ਜਿਹੜੇ ਵਿੱਚੋਂ ਛੱਡ ਦੇਣ ਉਹਨਾਂ ਨੂੰ ਕਹਿੰਦੇ ਵੀ ਹਾਂ ਇਹ ਸਿਆਣਾ ਹੈ। ਤੋ ਮਹਾਰਾਜ ਤੂੰ ਤਾਂ ਸਾਰਾ ਹੀ ਸਾਫ਼ ਕਰ ਚੱਲਿਆ ਭਾਂਡਾ, ਥੋੜਾ ਜਿਹਾ ਛੱਡ। ਵੈਸੇ ਨਾਮਦੇਵ ਜੀ ਸ਼ਰਧਾ ਸੰਯੁਕਤ ਬਚਨ ਕਰ ਰਹੇ ਨੇ, ਕਿਉਂਕਿ ਗੁਰੂ ਸਾਹਿਬ ਨੂੰ ਆਪਾਂ ਵੀ ਪ੍ਰਸ਼ਾਦ ਦਾ ਭੋਗ ਲਵਾਉਂਦੇ ਆ, ਤੇ ਸਤਿਗੁਰੂ ਜੀ ਪਰਮਾਤਮਾ ਨੇ ਉਹਨਾਂ ਦਾ ਭੋਗ ਲੱਗਿਆ ਸੀਤ ਪ੍ਰਸ਼ਾਦ ਸ਼ਰਧਾ ਸੰਯੁਕਤ ਛਕਦੇ ਆ। ਮੇਰਾ ਜਿਹੜਾ ਨਾਨਾ ਹੈ ਉਹ ਤਾਂ ਆਪ ਦਾ ਸੀਤ ਪ੍ਰਸ਼ਾਦ ਛਕਦਾ ਹੁੰਦਾ ਸੀਗਾ, ਤੇ ਮੈਂ ਉਹਨੂੰ ਛਕਦਿਆਂ ਦੇਖਿਆ, ਤੇ ਤੂੰ ਮੇਰੇ ਵਾਰੀ ਆਪ ਦਾ ਸੀਤ ਪ੍ਰਸ਼ਾਦ ਦੇ ਹੀ ਨਹੀਂ, ਤੂੰ ਸਾਰਾ ਹੀ ਪੀ ਰਿਹਾ। ਇਉਂ ਕਟੋਰੀ ਫੜ ਕੇ ਨਾਮਦੇਵ ਜੀ ਨੇ ਆਖਿਆ ਮਹਾਰਾਜ ਮੇਰੇ ਜੋਗਾ ਵੀ ਛੱਡ ਦਿਓ। ਕਿੰਨੇ ਚਿਰ ਦਾ ਮੈਂ ਵੇਖੋ ਪਹਿਲਾਂ ਗਾਂ ਨੂੰ ਨਵਾਇਆ ਧਵਾਇਆ ਹੋਊਗਾ, ਪੱਠੇ ਦੱਥੇ ਪਾ ਕੇ ਫਿਰ ਚੋਇਆ ਹੋਊਗਾ, ਫਿਰ ਆਪ ਤਿਆਰ ਪਰ ਤਿਆਰ ਹੋ ਕੇ ਮੰਦਿਰ ਵਿੱਚ ਆਇਆ ਹੋਊਗਾ। ਭੁੱਖ ਤਾਂ ਲੱਗ ਹੀ ਜਾਂਦੀ, ਹੁਣ ਮੈਨੂੰ ਵੀ ਭੁੱਖ ਲੱਗੀ ਹੈ, ਤੋ ਕਿਰਪਾ ਕਰ ਮੇਰੇ ਜੋਗਾ ਵੀ ਛੱਡ। ਇਉਂ ਸਾਧ ਸੰਗਤ ਜੀਓ ਜਦ ਮਹਾਰਾਜ ਦੀ ਬਾਂਹ ਫੜੀ, ਕਹਿੰਦੇ ਲੈ ਪਏ, ਤੇ ਨਾਮਦੇਵ ਨੇ ਫੜ ਕੇ ਕਟੋਰਾ ਮੁੜ ਕੇ ਆਪਦੇ ਮੂੰਹ ਨੂੰ ਲਾ ਲਿਆ। ਜਦੋਂ ਭਗਵਾਨ ਦਾ ਸੀਤ ਪ੍ਰਸ਼ਾਦ ਰਸਨਾ ਨੂੰ ਟੱਚ ਕੀਤਾ, ਭਗਤ ਜੀ ਦੀ ਦਿਵ ਦ੍ਰਿਸ਼ਟੀ ਜਾਗ ਪਈ। ਸਭ ਥਾਈਂ ਉਸ ਵਾਹਿਗੁਰੂ ਦੀ ਜੋਤ ਦ੍ਰਿਸ਼ਟੀ ਆਉਣ ਲੱਗ ਪਈ, ਵਾਹਿਗੁਰੂ ਨੂੰ ਅਨੁਭਵ ਕਰ ਲਿਆ। दूध पियाए भगत कर गया। ਇਸ ਪ੍ਰਕਾਰ ਭਗਵਾਨ ਨੂੰ ਦੁੱਧ ਪਿਲਾ ਕੇ ਭਗਤ ਨਾਮਦੇਵ ਆਪਣੇ ਘਰ ਨੂੰ ਵਾਪਸ ਚਲਾ ਗਿਆ। दूध नामे हर का दर्शन पाया। ਭਗਤ ਨਾਮਦੇਵ ਜੀ ਕਥਨ ਕਰਦੇ ਕਿ ਇੰਜ ਮੈਨੂੰ ਸਭ ਤੋਂ ਪਹਿਲਾਂ ਹਰੀ ਪਰਮਾਤਮਾ ਵਾਹਿਗੁਰੂ ਜੀ ਦਾ ਦਰਸ਼ਨ ਦੀਦਾਰ ਪ੍ਰਾਪਤ ਹੋਇਆ। ਇਹ ਸੀ ਮੁੱਖ ਅਰਥ। ਹੁਣ ਅੰਤਰੀ ਵਰਤ ਸਰਵਣ ਕਰੋ ਜੀ। दूध कटोरा गड़वा पानी। ਸ਼ਰਧਾ ਰੂਪ ਕਟੋਰੇ ਵਿੱਚ ਨਿਸ਼ਕਾਮ ਕਰਮਾਂ ਰੂਪੀ ਦੁੱਧ ਤੇ ਅੰਤःਕਰਨ ਰੂਪੀ ਗੜਵੇ ਵਿੱਚ ਪ੍ਰੇਮ ਰੂਪੀ ਪਾਣੀ ਪਾਉਣਾ ਕੀਤਾ ਹੈ। कपल गाए नाम दोहियानी। ਭਗਤ ਨਾਮਦੇਵ ਜੀ ਕਥਨ ਕਰਦੇ ਕਿ ਬੁੱਧੀ ਰੂਪ ਕਪਲਾ ਗਊ ਕੋਲੋਂ ਨਿਸ਼ਕਾਮ ਕਰਮ ਰੂਪੀ ਦੁੱਧ ਚੋ ਕੇ ਲਿਆਉਣਾ ਕੀਤਾ ਹੈ। दूध पियो गोबिंद नाए। हे प्रकाश रूप परमात्मा मेरा लियांदा निष्काम कर्म रूपी दुध पीना करो, पाप निष्काम कर्म सकारत करो जी। दूध पियो मेरो मन पतियाए। निष्काम कर्म रूपी दुध पीना करो, फिर मेरे मन च तुहाडे उपर पूर्ण भरोसा आ जावेगा। नाही ताय कर को बापर साए। नहीं ता मेरे शरीर रूपी घर दा ईश्वर पिता नाराज हो जाएगा कि तू ब्रह्म नूं साक्षात्कार नहीं कर सकिया। रहाओ विश्राम दे कर फरमान कर दे ने। सोइन कटोरी अमृत पारी। शुद्ध अंतःकरण रूप कटोरी निष्काम कर्म रूपी दुध नाल भरी है जो अमृत है। लैना मैं हरि तारी। नामदेव जी ने कटोरी लैके प्रभु दे सन्मुख रखना कीती। एक भगता मेरे हृदय बसा। एक परमात्मा दे भगत ही मेरे हिरदे च महाराज कहंदे वसदे ने, प्यारे लगदे ने। प्रभु ने साक्षात हो के किया कि एक भगत ही मेरे हिरदे विच वसदे हन। नामे देख नारायण हसा। नामदेव जी दी प्रेमा भगती नूं वेख के प्रभु जी हस पए। दूध पियाए भगत कर गया। निष्काम कर्म रूपी दुध पिला के भगत नामदेव स्वै स्वरूप रूपी घर में चला गया। नामे हर का दर्शन पाया।
ਭਗਤਮਾਲ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਕਿ ਨਾਮਦੇਵ ਜੀ ਨੂੰ ਲਗਭਗ 72 ਵਾਰ ਵਾਹਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਹੋਏ। ਪਰ ਗੁਰਬਾਣੀ ਦਾ ਤੇ ਫੈਸਲਾ ਹੈ ਕਿ ਨਾਮਦੇਵ ਹਰਿ ਜੀਓ ਬਸੈ ਸੰਗ। ਇੰਜ ਇਹ ਜਿਹੜੀ ਸਭ ਤੋਂ ਪਹਿਲੀ ਸਾਖੀ ਹੈ ਦਰਸ਼ਨਾਂ ਵਾਲੀ, ਉਹ ਆਪ ਨਾਲ ਸਾਂਝੀ ਕੀਤੀ ਗੁਰਬਾਣੀ ਦੇ ਦੁਆਰਾ। ਸਭ ਤੋਂ ਪਹਿਲੀ ਵਾਰ ਅੱਜ ਨਾਮਦੇਵ ਜੀ ਨੂੰ ਪਰਮਾਤਮਾ ਦਾ ਦਰਸ਼ਨ ਪ੍ਰਾਪਤ ਹੋਇਆ ਹੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਇਉਂ ਸ਼ਰਧਾ ਵਾਲਿਆਂ ਦੇ ਬੇੜੇ ਪਾਰ ਹੁੰਦੇ ਨੇ। ਭੁੱਲਾਂ ਚੁੱਕਾ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। दूध पियाए भगत कर गए